हेलो एवरीवन, वेलकम टू केमिस्ट्री रियल। आज बेटे ਆਪਾਂ ਕਲਾਸ 10+1 ਦਾ ਚੈਪਟਰ ਰਿਡੌਕਸ ਰਿਐਕਸ਼ਨਸ ਸ਼ੁਰੂ ਕਰਨਾ ਹੈ। ਸੋ ਸਭ ਤੋਂ ਪਹਿਲਾਂ ਬੇਟਾ ਆਪਾਂ ਇਸ ਚੈਪਟਰ 'ਚ ਇਹ ਪੜਾਂਗੇ ਕਿ ਰਿਡੌਕਸ ਰਿਐਕਸ਼ਨਸ ਕੀ ਹੁੰਦੇ ਹੈ, ਕਿੰਨੇ ਤਰ੍ਹਾਂ ਦੇ ਹੁੰਦੇ ਹੈ ਤੇ ਰਿਡੌਕਸ ਰਿਐਕਸ਼ਨਸ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਟਰਮ ਹੈ ਆਕਸੀਡੇਸ਼ਨ ਨੰਬਰ। ਇਹਦਾ ਕੀ ਮਤਲਬ ਹੁੰਦਾ ਹੈ, ਕਿਵੇਂ ਆਕਸੀਡੇਸ਼ਨ ਨੰਬਰ ਕੈਲਕੂਲੇਟ ਕਰੀਦਾ। सो बेटा आप ज़्यादा टाइम ना वेस्ट करते हुए अपना टॉपिक शुरू करते हैं। रिडॉक्स रिएक्शंस की होते हैं। सो चैप्टर का नाम है रिडॉक्स रिएक्शंस। रिडॉक्स रिएक्शन जिहड़ा शब्द है, इस शब्द की कंपोजिशन दो शब्दों तो है। पहला शब्द है रिडक्शन और दूसरा है ऑक्सीडेशन। सो आप पहला रिडक्शन और ऑक्सीडेशन का ही मीनिंग समझते हैं। ਆਕਸੀਡੇਸ਼ਨ ਰਿਐਕਸ਼ਨ ਕਿਹੜੀ ਰਿਐਕਸ਼ਨ ਨੂੰ ਕਿਹਾ ਜਾਂਦਾ ਹੈ? ਅਜਿਹੀਆਂ ਰਿਐਕਸ਼ਨਸ ਜਿਨ੍ਹਾਂ ਦੇ ਵਿੱਚ ਇਲੈਕਟ੍ਰੋਨਸ ਦਾ ਲਾਸ ਹੋਵੇ ਉਹਨੂੰ ਆਪਾਂ ਕਹਿੰਦੇ ਹਾਂ ਆਕਸੀਡੇਸ਼ਨ ਰਿਐਕਸ਼ਨ। ਜੇ ਕਲਾਸੀਕਲੀ ਦੇਖਿਆ ਜਾਵੇ ਨਾ ਤਾਂ ਕਿਸੇ ਰਿਐਕਸ਼ਨ ਜਿੰਦੇ ਵਿੱਚ ਆਕਸੀਜਨ ਐਡ ਹੋ ਰਹੀ ਹੈ ਜਾਂ ਕੋਈ ਇਲੈਕਟ੍ਰੋਨੈਗੇਟਿਵ ਐਲੀਮੈਂਟ ਐਡ ਹੋ ਰਿਹਾ। ਇਸ ਤੋਂ ਇਲਾਵਾ ਜੇ ਹਾਈਡਰੋਜਨ ਨਿਕਲ ਰਹੀ ਹੈ ਜਾਂ ਕੋਈ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਰਿਮੂਵ ਹੋ ਰਿਹਾ ਹੈ ਤਾਂ ਉਹਨੂੰ ਵੀ ਆਪਾਂ ਆਕਸੀਡੇਸ਼ਨ ਰਿਐਕਸ਼ਨ ਕਹਿੰਦੇ ਹਾਂ। ਬੇਟਾ ਇਹਨਾਂ ਸਾਰੇ ਮੀਨਿੰਗਸ ਜਿਹੜੇ ਆਪਾਂ ਪੰਜ ਗੱਲਾਂ ਕਹੀਆਂ ਇਹਨਾਂ ਪੰਜਾਂ ਨੂੰ ਆਪਾਂ ਵਿਦ ਐਗਜ਼ਾਮਪਲ ਸਮਝਦੇ ਹਾਂ ਕਿ ਕਹਿਣਾ ਕੀ ਚਾਹ ਰਹੀ ਹੈ ਮੈਂ। ਦੇਖੋ, ਜੇ ਮੈਗਨੀਸ਼ੀਅਮ ਦੇ ਵਿੱਚ ਆਕਸੀਜਨ ਐਡ ਹੋ ਰਹੀ ਹੈ ਤਾਂ ਦਿਸ ਇਜ਼ ਆਕਸੀਡੇਸ਼ਨ ਰਿਐਕਸ਼ਨ। ਜੇ ਮੈਗਨੀਸ਼ੀਅਮ ਦੇ ਵਿੱਚ ਕੋਈ ਇਲੈਕਟ੍ਰੋਨੈਗੇਟਿਵ ਐਲੀਮੈਂਟ ਫਲੋਰੀਨ ਜਿਵੇਂ ਐਡ ਹੋ ਰਹੀ ਹੈ, ਦਿਸ ਇਜ਼ ਆਕਸੀਡੇਸ਼ਨ ਰਿਐਕਸ਼ਨ। ਜੇ ਕਿਸੇ ਸਬਸਟੈਂਸ A ਦੇ ਵਿੱਚੋਂ ਇਲੈਕਟ੍ਰੋਨ ਲੂਜ਼ ਹੋ ਰਿਹਾ ਹੈ ਤੇ ਕਟਾਇਨ ਬਣ ਰਿਹਾ ਹੈ, ਜਾਂ B ਦੇ ਵਿੱਚੋਂ 2 ਇਲੈਕਟ੍ਰੋਨ ਨਿਕਲੇ ਤੇ B2 ਪੋਜ਼ਿਟਿਵ ਬਣਿਆ, ਮਤਲਬ ਲਾਸ ਆਫ ਇਲੈਕਟ੍ਰੋਨ, ਤਾਂ ਇਹਨੂੰ ਆਕਸੀਡੇਸ਼ਨ ਰਿਐਕਸ਼ਨ ਕਿਹਾ ਜਾਂਦਾ ਹੈ। ਨਾਓ we will be discussing all these points one by one with proper examples. ਸੋ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਕਿ ਜਿੱਥੇ ਵੀ ਕਿਤੇ ਆਕਸੀਜਨ ਐਡ ਹੋ ਰਹੀ ਹੈ, ਫॉर ਐਗਜ਼ਾਮਪਲ ਅੰਡਰਲਾਈਨ ਕੀਤਾ ਹੋਇਆ ਇੱਥੇ ਇਸ ਇਕੁਏਸ਼ਨ ਦੇ ਵਿੱਚ ਮੈਗਨੀਸ਼ੀਅਮ ਨੇ ਆਕਸੀਜਨ ਗੇਨ ਕੀਤੀ, ਮੈਗਨੀਸ਼ੀਅਮ ਦੇ ਵਿੱਚ ਆਕਸੀਜਨ ਐਡ ਹੋਈ, MgO ਬਣ ਗਿਆ। ਸੋ this reaction is oxidation reaction. ठीक है, first thing is addition of oxygen. Second thing is addition of electronegative element. मैग्नीशियम ने क्लोरीन गेन कर ली, मैग्नीशियम ਦੇ ਵਿੱਚ electronegative element gain ਹੋ ਗਿਆ। So this is second definition of oxidation. Third is removal of hydrogen. So ਕਿਸੇ ਸਬਸਟੈਂਸ ਦੇ ਵਿੱਚੋਂ ਇੱਥੇ H2S ਦੇ ਵਿੱਚੋਂ ਦੀ ਹਾਈਡਰੋਜਨ ਰਿਮੂਵ ਹੋ ਰਹੀ ਹੈ ਤਾਂ ਕੀ ਬਣ ਗਿਆ ਇੱਥੋਂ ਦੀ? ਸਲਫਰ ਕੱਲੀ ਰਹਿ ਗਈ, ਹਾਈਡਰੋਜਨ ਇਹਦੇ ਵਿੱਚੋਂ ਦੀ ਰਿਮੂਵ ਹੋ ਕੇ ਆਕਸੀਜਨ ਦੇ ਨਾਲ ਚਲੇਗੀ। ਠੀਕ ਹੈ, ਸੋ ਸਲਫਰ ਦਾ ਇੱਥੇ ਅਸੀਂ ਕੀ ਕਵਾਂਗੇ? H2S ਦੇ ਵਿੱਚੋਂ ਹਾਈਡਰੋਜਨ ਰਿਮੂਵ ਹੋ ਗਈ, ਰਿਮੂਵਲ ਆਫ ਹਾਈਡਰੋਜਨ ਮਤਲਬ ਆਕਸੀਡੇਸ਼ਨ ਹੋ ਗਈ। ਇਸੇ ਤਰੀਕੇ ਨਾਲ ਜੇ ਕੋਈ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ, ਜਿਵੇਂ ਪੋਟੈਸ਼ੀਅਮ ਹੈ ਇੱਕ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਹੈ। ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦਾ ਮਤਲਬ ਕੀ ਹੁੰਦਾ ਹੈ? ਅਜਿਹੇ ਐਲੀਮੈਂਟ ਜਿਹੜੇ ਆਪਣੇ ਇਲੈਕਟ੍ਰੋਨ ਈਜ਼ੀਲੀ ਦਾਨ ਕਰਕੇ ਪੋਜ਼ਿਟਿਵ ਆਇਨ ਬਣਾਉਂਦੇ ਆ, ਉਹਨਾਂ ਐਲੀਮੈਂਟਸ ਨੂੰ ਆਪਾਂ ਕਹਿੰਦੇ ਆ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ। ਸੋ ਜਦੋਂ ਕਿਸੇ ਸਬਸਟੈਂਸ ਦੇ ਵਿੱਚੋਂ Ki ਦੇ ਵਿੱਚੋਂ K ਰਿਮੂਵ ਹੋ ਰਿਹਾ, ਕੀ ਬਣ ਗਿਆ ਆਪਣੇ ਕੋਲੇ? I2 ਸੈਪਰੇਟ ਰਹਿ ਗਈ ਨਾ। ठीक है, so this removal of electropositive element, potassium ਇੱਥੇ example ਲਿੱਤੀ ਗਈ ਹੈ, is called oxidation. so oxidation ਦੇ ਵਿੱਚ ਆਪਾਂ 4 point याद रखने हैं। पहला पॉइंट है कि ऑक्सीजन ऐड हो जाए, दूसरा है कि कोई इलेक्ट्रोनेगेटिव एलिमेंट ऐड हो जाए, तीसरा है हाइड्रोजन निकल जाए, चौथा है ਜਾਂ ਕੋਈ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਜਿਵੇਂ ਇੱਥੇ ਪੋਟੈਸ਼ੀਅਮ ਦੀ ਗੱਲ ਕੀਤੀ ਗਈ ਹੈ ਉਹਦਾ ਰਿਮੂਵਲ ਹੋ ਜਾਵੇ। ਸੋ ਇਹਨਾਂ ਚਾਰਾਂ ਤੋਂ ਇਲਾਵਾ ਆਪਾਂ ਜਿਹੜਾ ਮੇਨ ਚੀਜ਼ ਕਰਨੀ ਹੈ ਦੈਟ ਇਜ਼ ਕਿ loss of electron is called oxidation. ਮੇਨ ਬੇਟੇ ਇਲੈਕਟ੍ਰੋਨਸ ਦੇ ਕਨਸੈਪਟ ਵਿੱਚ ਜੇ ਆਪਾਂ ਪੜ੍ਹਨਾ ਹੈ ਨਾ ਤਾਂ ਆਕਸੀਡੇਸ਼ਨ ਦਾ ਮਤਲਬ ਹੈ loss of electron। ਹੁਣ ਇਸ ਸ਼ਬਦ ਨੂੰ loss of electron ਨੂੰ ਮੈਂ ਕਿੰਨੀਆਂ ਤੁਹਾਨੂੰ ਐਗਜ਼ਾਮਪਲਸ ਦੇ ਥਰੂ ਸਮਝਾਣੀ ਹੈ। let us take one example.
कोई एलिमेंट ए है, ठीक, ए न्यूट्रल है बेटा, ए दे उत्ते कोई चार्ज नहीं है। वाई दिस इज न्यूट्रल? बिकॉज इनदे कोले जिन्ने नंबर ऑफ इलेक्ट्रॉन्स हैं उन्ने ही इनदे कोले नंबर ऑफ प्रोटॉन्स हैं, इस करके इनदे ऊपर कोई चार्ज नहीं है, ठीक है। ਜਦੋਂ ए ਦੇ ਵਿੱਚੋਂ ਦੀ ਇੱਕ ਇਲੈਕਟ੍ਰੋਨ ਬਾਹਰ ਨਿਕਲ ਗਿਆ ਤਾਂ ए, ਮੰਨ ਲਓ ए ਦੇ ਕੋਲੇ 10 ਇਲੈਕਟ੍ਰੋਨ ਸੀ ਤੇ 10 ਹੀ ਪ੍ਰੋਟੋਨ ਸੀ। ਜੇ ए ਦੇ ਵਿੱਚੋਂ ਦੀ ਕੋਈ ਇੱਕ ਇਲੈਕਟ੍ਰੋਨ ਬਾਹਰ ਨਿਕਲ ਗਿਆ ਤਾਂ ए ਦੇ ਕੋਲੇ 9 ਇਲੈਕਟ੍ਰੋਨ ਬਚ ਗਏ, ਪ੍ਰੋਟੋਨ ਤਾਂ 10 ਦੇ 10 ਹੈ। ਹੁਣ ਕਿਹੜੀ ਚੀਜ਼ ਇਲੈਕਟ੍ਰੋਨ ਔਰ ਪ੍ਰੋਟੋਨ ਦੇ ਵਿੱਚੋਂ ਕਿਹੜੀ ਚੀਜ਼ ਜ਼ਿਆਦਾ ਹੈ? ਪ੍ਰੋਟੋਨਸ ਆਰ ਮੋਰ। ਕਿੰਨੇ ਜ਼ਿਆਦਾ ਹੈ? 1। सो ए दे उत्ते 1 प्लस चार्ज आ जाएगा। दिस इज एग्जाम्पल ऑफ ऑक्सीडेशन, लॉस ऑफ इलेक्ट्रॉन इज देयर। हुन सपोज ए प्लस 1 है, इनदे विचों दी 2 इलेक्ट्रॉन होर निकल गए तो ए दे उत्ते कितना चार्ज आ जाएगा? +3। इस चीज़ नू बेटा 1 बाय 1 ਆਪਾਂ इस चीज़ नू दोबारा फिर समझते हैं कि मैं इत्थे तुहानू कहना की चाह रही हैं, समझाना की चाह रही हैं। इत्थे तुहानू बेटे मैं तुहानू दसना चाह रही हैं कि ऑक्सीडेशन का मतलब है लॉस ऑफ इलैक्ट्रॉन। सो लॉस ऑफ इलैक्ट्रॉन नू ना तुसी इस तरह याद रखो कि जदों भी किते इनक्रीज इन पॉजिटिव चार्ज है या डिक्रीज इन नैगेटिव चार्ज है ਤਾਂ ਉਹਨੂੰ ਆਪਾਂ ਕਵਾਂਗੇ ਆਕਸੀਡੇਸ਼ਨ। ਦੇਖੋ ਕੋਈ ਕੰਪਾਊਂਡ B ਹੈ, B ਦੇ ਵਿੱਚੋਂ ਇੱਕ ਇਲੈਕਟ੍ਰੋਨ ਬਾਹਰ ਨਿਕਲ ਗਿਆ, ਸੋ B ਪੋਜ਼ਿਟਿਵ ਬਣ ਗਿਆ। ਜੇ ਇਹਦੇ ਵਿੱਚੋਂ ਦੀ ਇੱਕ ਇਲੈਕਟ੍ਰੋਨ ਹੋਰ ਬਾਹਰ ਨਿਕਲ ਗਿਆ ਤਾਂ ਕੀ ਬਣ ਜਾਏਗਾ? B2 ਪੋਜ਼ਿਟਿਵ। ਜੇ ਇਹਦੇ ਵਿੱਚੋਂ ਫਿਰ ਇੱਕ ਇਲੈਕਟ੍ਰੋਨ ਬਾਹਰ ਨਿਕਲ ਗਿਆ ਤਾਂ ਇਹ ਕੀ ਬਣ ਜਾਏਗਾ? B3 ਪੋਜ਼ਿਟਿਵ। ਸੋ ਇਨਕਰੀਜ਼ ਇਨ पॉजिटिव चार्ज इज कॉल्ड ऑक्सीडेशन। इलैक्ट्रॉन लूज हो रहे हैं। हुण इसे तरीके नाल सपोज कोई अपने कोले कंपाउंड कोई एटम सी है, सी ने एक इलैक्ट्रॉन गेन किया, सो सी नेगेटिव बन जाएगा। दिस इज गेन ऑफ इलैक्ट्रॉन, दिस इज रिडक्शन। ये आपां हुणे ही करांगे बेटा, आपां गल कर रहे हैं ऑक्सीडेशन दी। हुण मान लो सी दे कोले 3 नेगेटिव चार्ज है, इनका मतलब ये है कि जिन्ने इनके कोले इलैक्ट्रॉन है वो 3 ज्यादा है दैन प्रोटोन्स, ठीक है। सपोज इनके कोले 13 इलैक्ट्रॉन है तो 10 प्रोटोन है, ताई इनके ते 3 नेगेटिव चार्ज आया। जे इनके चो एक इलैक्ट्रॉन बाहर निकल जाए तो इनके कोले हुण 12 इलैक्ट्रॉन है, 10 प्रोटोन है, सो इट विल बी हैविंग 2 नेगेटिव चार्ज। जे इनके विचों दी एक इलैक्ट्रॉन होर बाहर निकल जाए इट विल बी हैविंग -1। जे इनके चो भी एक इलैक्ट्रॉन बाहर निकल जाए तो इट विल बी न्यूट्रल। सो तुसी पॉइंट याद की रखना है, याद रखने वाली गल है इत्थे कि जदों भी किते पॉजिटिव चार्ज तुहानू दिख रहा है वधदा, इंक्रीज इन पॉजिटिव चार्ज, दैट इज ऑक्सीडेशन। और जे किते तुहानू दिखे कि नेगेटिव चार्ज घट रहा है, दैट मीन्स it is also oxidation. So decrease in negative charge is oxidation. So तुसी याद रखना है, इत्थे तुहानू इक्को ही गल बार बार मैं समझा रही हैं, that is कि oxidation means loss of electron. Loss of electron किसी भी reaction दे विच increase in positive charge या it will be shown by decrease in negative charge. So इनू तुसी अपने दिमाग दे विच फिट कर लो। Oxidation means loss of electron, increase in positive charge, decrease in negative charge. ठीक। सो नेक्स्ट आ जाती है बेटे अपने को ले रिडक्शन रिएक्शन। रिडक्शन रिएक्शन का की मतलब हुंदा है कोई भी वो प्रोसेस जिंदे च इलैक्ट्रॉन्स का गेन होवे उन्होंने आपां कहने हैं रिडक्शन प्रोसेस। सो अगेन वी विल बी ट्राइंग टू डिफाइन दिस इन डिफरेंट वेज, जिमें एडिशन ऑफ हाइड्रोजन या
ਕਿਸੇ ਦੇ ਕੋਲੇ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਦਾ ਐਡ ਹੋ ਜਾਣਾ, ਉਹਨੂੰ ਆਪਾਂ ਕਹਿੰਦੇ ਰਿਡਕਸ਼ਨ। ਜਾਂ ਆਕਸੀਜਨ ਦਾ ਰਿਮੂਵ ਹੋ ਜਾਣਾ, ਜਾਂ ਕਿਸੇ ਇਲੈਕਟ੍ਰੋਨੈਗੇਟਿਵ ਐਲੀਮੈਂਟ ਦਾ ਕਿਸੇ ਸਬਸਟੈਂਸ ਦੇ ਵਿੱਚੋਂ ਰਿਮੂਵ ਹੋ ਜਾਣ ਨੂੰ ਵੀ ਆਪਾਂ ਕਹਿੰਦੇ ਹਾਂ ਰਿਡਕਸ਼ਨ ਰਿਐਕਸ਼ਨ। ਸੋ ਇਹਨਾਂ ਡੈਫੀਨੇਸ਼ਨਸ ਨੂੰ ਆਪਾਂ ਅਗੇਨ ਬਾਏ ਪ੍ਰੋਪਰ ਐਗਜ਼ਾਮਪਲ, ਜਿਵੇਂ ਹੁਣ ਨਾ HgO ਦੇ ਵਿੱਚੋਂ ਦੀ ਆਕਸੀਜਨ ਬਾਹਰ ਨਿਕਲ ਗਈ, ਸੋ ਰਿਮੂਵਲ ਆਫ ਆਕਸੀਜਨ ਮੀਨਸ ਰਿਡਕਸ਼ਨ ਹੋ ਰਹੀ ਹੈ। ਹੁਣ ਇਸੇ ਤਰੀਕੇ ਨਾਲ ਕਲੋਰੀਨ ਨੇ ਹਾਈਡਰੋਜਨ ਗੇਨ ਕੀਤੀ, ਐਡੀਸ਼ਨ ਆਫ ਹਾਈਡਰੋਜਨ, ਦਿਸ ਇਜ਼ ਰਿਡਕਸ਼ਨ। ਜੇ ਇਲੈਕਟ੍ਰॉन्स ਦੀ ਟਰਮ 'ਚ ਗੱਲ ਕਰੀਏ ਤਾਂ ਕਿਸੇ ਨੇ ਇਲੈਕਟ੍ਰॉन ਨਿਊਟਰਲ ਐਟਮ A ਨੇ ਇਲੈਕਟ੍ਰॉन ਗੇਨ ਕਰਕੇ ਅਨਾਇਨ ਬਣਾਇਆ, ਗੇਨ ਆਫ ਇਲੈਕਟ੍ਰॉन, ਦਿਸ ਇਜ਼ ਰਿਡਕਸ਼ਨ। ਜਾਂ ਕਿਸੇ ਐਟਮ B ਨੇ 2 ਇਲੈਕਟ੍ਰॉन ਗੇਨ ਕਰਕੇ ਇੱਥੇ B2 ਨੈਗੇਟਿਵ ਚਾਰਜ, ਦਿਸ ਇਜ਼ ਗੇਨ ਆਫ ਇਲੈਕਟ੍ਰॉन ਐਂਡ ਇਹਨੂੰ ਆਪਾਂ ਕਹਿੰਦੇ ਆ ਰਿਡਕਸ਼ਨ। ਸੋ ਇਹਨਾਂ ਸਾਰਿਆਂ ਦੀਆਂ ਐਗਜ਼ਾਮਪਲਸ ਇੱਕ ਵਾਰੀ ਫੇਰ ਆਪਾਂ ਕਰਦੇ ਹਾਂ ਤਾਂ ਕਿ ਆਪਾਂ ਨੂੰ ਬੈਟਰ ਅੰਡਰਸਟੈਂਡਿੰਗ ਹੋ ਜਾਏ ਇੱਥੋਂ ਦੀ। ਇੱਥੇ ਆਪਾਂ ਪਹਿਲੀ ਐਗਜ਼ਾਮਪਲ ਦੇ ਵਿੱਚ ਦੇਖੋ, ਪਹਿਲੀ ਐਗਜ਼ਾਮਪਲ ਆਪਾਂ ਨੂੰ ਦਿਖਾ ਰਹੀ ਹੈ ਇੱਥੇ ਐਡੀਸ਼ਨ ਆਫ ਹਾਈਡਰੋਜਨ। ਸੋ ਬ੍ਰੋਮੀਨ ਦੇ ਵਿੱਚ ਹਾਈਡਰੋਜਨ ਐਡ ਹੋ ਗਈ, ਸੋ ਦਿਸ ਇਜ਼ ਐਗਜ਼ਾਮਪਲ ਆਫ ਰਿਡਕਸ਼ਨ। HgCl2 ਦੇ ਵਿੱਚ ਦੇਖੋ ਕੀ ਚੇਂਜ ਆਈ ਹੈ, Hg2 ਬਣ ਗਿਆ, ਠੀਕ ਹੈ। ਸੋ ਦੈਟ ਮੀਨਸ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਐਡ ਹੋ ਗਿਆ। ਕਿਹੜਾ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ? ਮਰਕਰੀ। ਸੋ ਇਹ ਰਿਐਕਸ਼ਨਸ ਰਿਡਕਸ਼ਨ ਰਿਐਕਸ਼ਨਸ ਹੈ। ਕਾਪਰ ਆਕਸਾਈਡ ਦੇਖੋ, ਕਾਪਰ ਆਕਸਾਈਡ ਤੋਂ ਕਾਪਰ ਬਣ ਗਿਆ, ਮਤਲਬ ਇਹਦੇ ਚ ਆਕਸੀਜਨ ਰਿਮੂਵ ਹੋ ਗਈ, ਸੋ ਦਿਸ ਇਜ਼ ਰਿਡਕਸ਼ਨ। ਨੈਕਸਟ FeCl3 ਤੋਂ ਬਣ ਗਿਆ FeCl2, ਸੋ ਯੂ ਕੈਨ ਵੈਰੀ ਵੈਲ ਸੀ ਕਿ Cl3 ਤੋਂ Cl2 ਯਾਨੀ ਰਿਮੂਵਲ ਆਫ ਇਲੈਕਟ੍ਰੋਨੈਗੇਟਿਵ ਐਲੀਮੈਂਟ ਕਲੋਰੀਨ, ਸੋ ਇਹਨੂੰ ਆਪਾਂ ਕਵਾਂਗੇ ਰਿਡਕਸ਼ਨ। ਸੋ ਇਹਨਾਂ 4 ਕੇਸਿਸ ਦੇ ਵਿੱਚ ਆਪਾਂ ਪਹਿਲੇ 'ਚ ਦੇਖਿਆ ਐਡੀਸ਼ਨ ਆਫ ਹਾਈਡਰੋਜਨ, ਦੂਜੇ ਦੇ ਵਿੱਚ ਦੇਖਿਆ ਕਿ ਕੋਈ ਵੀ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਐਡ ਹੋ ਰਿਹਾ ਹੈ, ਤੀਸਰੇ 'ਚ ਆਪਾਂ ਦੇਖਿਆ ਆਕਸੀਜਨ ਰਿਮੂਵ ਹੋ ਰਹੀ ਹੈ, ਚੌਥੇ ਦੇ ਵਿੱਚ ਅਸੀਂ ਦੇਖਿਆ ਕਿ ਕੋਈ ਇਲੈਕਟ੍ਰੋਨੈਗੇਟਿਵ ਐਲੀਮੈਂਟ ਜਿਵੇਂ ਕਿ ਕਲੋਰੀਨ ਉਹ ਰਿਮੂਵ ਹੋ ਰਿਹਾ ਹੈ, ਠੀਕ। ਹੁਣ ਜਿਹੜੀ ਮੇਨ ਆਪਾਂ ਐਗਜ਼ਾਮਪਲ ਕਰਨੀ ਹੈ ਨਾ, ਉਹ ਹੈ ਇਲੈਕਟ੍ਰੋਨਿਕ ਕੰਸੈਪਟ ਦੀਆਂ ਐਗਜ਼ਾਮਪਲਸ ਆਪਾਂ ਕਰਨੀ ਹੈ, ਤੇ ਉਸ ਇਲੈਕਟ੍ਰੋਨਿਕ ਕੰਸੈਪਟ ਦੇ ਅਕੋਰਡਿੰਗਲੀ ਆਪਣੇ ਕੋਲੇ ਰਿਡਕਸ਼ਨ ਦੀ ਡੈਫੀਨੇਸ਼ਨ ਕੀ ਬਣ ਜਾਏਗੀ। ਰਿਡਕਸ਼ਨ ਦੀ ਡੈਫੀਨੇਸ਼ਨ ਆਪਣੇ ਕੋਲੇ ਬਣੇਗੀ, ਜੇ ਇਲੈਕਟ੍ਰॉन्स ਦੇ ਕੰਸੈਪਟ 'ਚ ਆਪਾਂ ਗੱਲ ਕਰਦੇ ਹਾਂ, gain of electrons। ਸੋ ਜੇ ਤੁਹਾਨੂੰ ਆਕਸੀਡੇਸ਼ਨ यानी कि लॉस ऑफ इलेक्ट्रॉन याद है, लॉस ऑफ इलेक्ट्रॉन इज ऑक्सीडेशन। इनदे विच की आपां कीता सी, इंक्रीज इन पॉजिटिव, डिक्रीज इन नेगेटिव, इंक्रीज इन पॉजिटिव, डिक्रीज इन नेगेटिव। सो इस तो उल्ट बनना है अपने कोले। रिडक्शन मीन्स गेन ऑफ इलेक्ट्रॉन, फाइन, then it will be showing decrease in positive and increase in negative, ठीक है। सो आप एक एग्जाम्पल लेने हैं, डिक्रीज इन पॉजिटिव। हम सपोज C2 पॉजिटिव है, ठीक है, इंदे तो C+1 एक कदों बनेगा बेटा, इंदे कोले 2 पॉजिटिव किसे कोले भी कदों होंगे जदों 2 इलेक्ट्रॉन घट है, ठीक है। जे 8 इलेक्ट्रॉन है, प्रोटोन 10 है, 2 इलेक्ट्रॉन घट है, ताई 2 पॉजिटिव आया। 1 पॉजिटिव का मतलब की है कि जे 9 इलेक्ट्रॉन है 10 प्रोटोन है, सो 8 तो 9 मतलब इन्हें एक इलेक्ट्रॉन गेन किया। सो गेन ऑफ इलेक्ट्रॉन मीन्स डिक्रीज इन पॉजिटिव चार्ज। सो इसे तरीके दे नाल जे आपां 3 पॉजिटिव तो 2 पॉजिटिव तो दिस, सो it will be happening at each step 1 electron is gained, ठीक है। So decrease in positive charge. Now what is meant by increase in negative charge? Suppose B कोई एटम है जिंदे कोले 8 इलेक्ट्रॉन है, 8 ही प्रोटोन है, जे ने 1 इलेक्ट्रॉन गेन कर लिया, सो 9 इलेक्ट्रॉन हो गए, 8 प्रोटोन, प्रोटोन च कोई चेंज नहीं आती बेटा। सो B ਦੇ ਉੱਤੇ ਕਿਹੜਾ ਚਾਰਜ ਆ ਜਾਏਗਾ? -1। ਸੋ ਇਨਕਰੀਜ਼ ਇਨ ਨੈਗੇਟਿਵ ਚਾਰਜ ਇਜ਼ ਰਿਡਕਸ਼ਨ। ਸੋ ਜੇ B -1 ਤੋਂ -2 ਬਣ ਰਹੀ ਹੈ,
ਇਹਦੇ ਤੋਂ -3 ਬਣ ਰਹੀ ਹੈ। ਇਹ ਤਾਂ ਪੋਸੀਬਲ ਹੈ ਨਾ ਜੇ ਇਹ ਇੱਕ ਇਲੈਕਟ੍ਰॉन ਗੇਨ ਕਰੇਗਾ at each step। सो रिडक्शन मीन्स गेन ऑफ इलैक्ट्रॉन्स, और जो इलैक्ट्रॉन गेन होंगे हैं तो पॉजिटिव चार्ज घटता है, नैगेटिव चार्ज वध जाता है। सो इस दे विच जिहड़ा अगली इंपॉर्टेंट डेफिनेशन है वो आती है अपने कोले ऑक्सीडाइजिंग एजेंट दी। सो व्हाट इज ऑक्सीडाइजिंग एजेंट या ऑक्सीडेंट की हुंदा? कोई भी अजिहा सबस्टांस जिहड़ा किसी सबस्टांस ਨੂੰ ਆਕਸੀਜਨ ਸਪਲਾਈ ਕਰੇ ਜਾਂ ਕੋਈ ਇਲੈਕਟ੍ਰੋਨੈਗੇਟਿਵ ਐਲੀਮੈਂਟ ਸਪਲਾਈ ਕਰੇ, ਉਹਨੂੰ ਅਸੀਂ ਕਹਾਂਗੇ ਆਕਸੀਡਾਈਜ਼ਿੰਗ ਏਜੰਟ। ਠੀਕ ਹੈ, ਆਕਸੀਜਨ ਦਵੇ ਜਾਂ ਕੋਈ ਇਲੈਕਟ੍ਰੋਨੈਗੇਟਿਵ ਐਲੀਮੈਂਟ ਦੇ ਦੇਵੇ। ਇਸ ਤੋਂ ਇਲਾਵਾ ਜੇ ਕਿਸੇ ਸਬਸਟੈਂਸ ਨੇ ਦੂਜੇ ਸਬਸਟੈਂਸ ਦੇ ਵਿੱਚੋਂ ਹਾਈਡਰੋਜਨ ਰਿਮੂਵ ਕਰਤੀ ਜਾਂ ਕੋਈ ਇਲੈਕਟ੍ਰੋਪੋਜ਼ਿਟਿਵ ਐਲੀਮੈਂਟ ਰਿਮੂਵ ਕਰਤਾ ਤਾਂ ਵੀ ਅਸੀਂ ਉਹਨੂੰ ਆਕਸੀਡਾਈਜ਼ਿੰਗ ਏਜੰਟ ਕਹਾਂਗੇ। सो इस डेफिनेशन के अनुसार आप ये पॉइंट याद रखना है कि जे किसी सबस्टांस के कोले किसी भी सबस्टांस के कोले किसी होर सबस्टांस ने ऑक्सीजन ऐड कराती, सो जेड़ी चीज ने ऑक्सीजन इहदे च ऐड कराई दैट इज ऑक्सीडाइजिंग एजेंट। और ऑक्सीडाइजिंग एजेंट मतलब दूजे नू ऑक्सीडाइज कर रहे हैं, खुद की हो रहे हैं, रिड्यूस हो रहे हैं, रिड्यूसेस इटसेल्फ। ऑक्सीडाइजिंग एजेंट ऑक्सीडाइजेस अदर्स बट रिड्यूसेस इटसेल्फ। हुण इसे तरीके दे नाल आपां इत्थे रिड्यूसिंग एजेंट की डेफिनेशन भी करते हैं। सो रिड्यूसिंग एजेंट की डेफिनेशन दे विच असीं देखांगे कि रिड्यूसिंग एजेंट नू रिडक्टेंट भी कहा जाता है। सो रिडक्टेंट या रिड्यूसिंग एजेंट किहड़े सबस्टांस होणगे? अजिहे सबस्टांस जो किसी नू हाइड्रोजन सप्लाई करन, किसी दे विच हाइड्रोजन ऐड करा देन जां कोई इलैक्ट्रोपॉजिटिव एलीमेंट ऐड करा देन। इस तो इलावा जे ऑक्सीजन रिमूव कराती जां कोई इलैक्ट्रोनैगेटिव एलीमेंट रिमूव कराता तां भी असीं उहनूं रिड्यूसिंग एजेंट जां रिडक्टेंट कहांगे। सो इलैक्ट्रॉन्स दी टर्म च की कहांगे कि दूजे नूं रिड्यूस करना पर खुद ऑक्सीडाइज हो जाने वाले सबस्टांस नूं कहा जाता है रिड्यूसिंग एजेंट। सो रिड्यूसिंग एजेंट इन दी हाइड्रोजन दी टर्म दे विच कहांगे जे किसी नूं हाइड्रोजन ऐड कराती तो रिड्यूसिंग एजेंट है। रिड्यूसिंग एजेंट रिड्यूसेस अदर्स, दूजिया नूं इलैक्ट्रॉन गेन करा दिंदा है, बट इट ऑक्सीडाइजेस इटसेल्फ, अपने आप नूं ऑक्सीडाइज कर लैंदा है। ठीक है, सो इन दे अकॉर्डिंगली हुण आपां आ एग्जाम्पल देखो इत्थे की समझाना चाह रही हैं कि रिडॉक्स रिएक्शन की एग्जैक्ट डेफिनेशन। सो जेड़ियां रिएक्शंस दे विच ऑक्सीडेशन ते रिडक्शन साइड बाय साइड साइमल्टेनियसली दोनों हो रही हैं, उस रिएक्शन नूं कहा जाता है रिडॉक्स रिएक्शन। हुण देखो एक आ वाली जिहड़ी रिएक्शन है जिन्हों ओवरऑल आपां इस तरीके नाल लिखा होया, दिस इज एन एग्जाम्पल ऑफ रिडॉक्स रिएक्शन। इहदे विच की हो रहा है, जिंक तो बनिया जिंक 2 पॉजिटिव, कॉपर 2 पॉजिटिव तो बनया कॉपर। हुण इहनूं आपां दो अलग अलग रिएक्शंस, जिंक तो बनया जिंक 2 पॉजिटिव, जिंक तो बनया जिंक 2 पॉजिटिव। सो जिंक न्यूट्रल है, इहदे तो जिंक 2 पॉजिटिव। ठीक है, जिंक कोले बेटा 30 इलैक्ट्रॉन्स और 30 प्रोटॉन्स होंगे हैं। जे इहदे चों 2 इलैक्ट्रॉन निकल गए, 28 इलैक्ट्रॉन्स बचे, प्रोटॉन तो 30 तो 30 है, ताही जिंक दे उत्ते 2 पॉजिटिव चार्ज आया। ठीक है, सो इंक्रीज इन पॉजिटिव चार्ज इज ऑक्सीडेशन, इंक्रीज इन पॉजिटिव चार्ज इज ऑक्सीडेशन। कॉपर के केस च देखो की होया, कॉपर 2 पॉजिटिव तो कॉपर बन गया। सो किद्दां बन गया कॉपर 2 पॉजिटिव तो कॉपर? जदों इहने 2 इलैक्ट्रॉन गेन किते, जिंक ने 2 इलैक्ट्रॉन बाहर कड्डे, कॉपर ने 2 इलैक्ट्रॉन गेन कर ले। ठीक है, सो आपां इत्थे याद रखना है कि जदों भी किते ऑक्सीडेशन रिडक्शन होणगियां ना, ये साइमल्टेनियसली होणगियां। इहदा मतलब की है कि
ਕੇਵਲ ਇੱਕ ਸਮੇਂ ਤੇ ਇਹ ਨਹੀਂ ਹੋਏਗਾ ਵੀ ਇੱਕ ਰਿਐਕਸ਼ਨ ਹੋ ਰਹੀ ਹੈ ਜਾਂ ਆਕਸੀਡੇਸ਼ਨ ਜਾਂ ਰਿਡਕਸ਼ਨ, ਨੋ, ਇੱਕ ਥਾਂ ਤੇ ਜੇ ਆਕਸੀਡੇਸ਼ਨ ਹੋਈ, ਲਾਸ ਆਫ ਇਲੈਕਟ੍ਰੋਨ ਹੋਇਆ, ਤਾਂ ਦੂਜੀ ਥਾਂ ਤੇ ਗੇਨ ਆਫ ਇਲੈਕਟ੍ਰੋਨ ਹੋਏਗਾ। ਓਕੇ, ਜ਼ਿੰਕ ਨੇ ਇੱਥੇ ਜਿਹੜੇ 2 ਇਲੈਕਟ੍ਰੋਨ ਲੂਜ਼ ਕੀਤੇ, ਉਹੀ 2 ਇਲੈਕਟ੍ਰੋਨ ਕਾਪਰ 2 ਪੋਜ਼ਿਟਿਵ ਨੇ ਗੇਨ ਕਰਕੇ ਕਾਪਰ ਬਣਾਤਾ। ਸੋ ਜਦੋਂ ਆਕਸੀਡੇਸ਼ਨ ਤੇ ਰਿਡਕਸ਼ਨ ਰਿਐਕਸ਼ਨਸ ਇਕੱਠੀਆਂ ਸਾਈਮਲਟੇਨੀਅਸਲੀ ਹੁੰਦੀਆਂ ਤਾਂ ਉਸ ਰਿਐਕਸ਼ਨ ਨੂੰ ਆਪਾਂ ਕਹਿੰਦੇ ਆ ਰਿਡੌਕਸ ਰਿਐਕਸ਼ਨ। ਸੋ ਇੱਕ ਹੋਰ ਐਗਜ਼ਾਮਪਲ ਆਪਾਂ ਲੈ ਰਹੇ ਹਾਂ ਇੱਥੇ ਰਿਡੌਕਸ ਰਿਐਕਸ਼ਨ ਦੀ, Al2O3 plus 2Fe gives rise to 2Al plus Fe2O3। ਸੋ ਇੱਥੇ ਧਿਆਨ ਨਾਲ ਦੇਖੋ, Al2O3 ਦੇ ਵਿੱਚੋਂ ਦੀ ਆ ਬਣ ਗਿਆ Al, ਇਹਦੇ ਚੋਂ ਆਕਸੀਜਨ ਰਿਮੂਵ ਹੋ ਗਈ ਨਾ, ਸੋ ਰਿਮੂਵਲ ਆਫ ਆਕਸੀਜਨ ਇਜ਼ ਕਾਲਡ ਰਿਡਕਸ਼ਨ। ਐਂਡ ਆਇਰਨ ਨੂੰ ਦੇਖੋ ਧਿਆਨ ਨਾਲ, ਆਇਰਨ ਤੋਂ ਕੀ ਬਣ ਗਿਆ, yes, Fe2O3, ਸੋ ਆਇਰਨ ਦੇ ਵਿੱਚ ਆਕਸੀਜਨ ਐਡ ਹੋ ਗਈ, ਸੋ ਦਿਸ ਇਜ਼ ਆਕਸੀਡੇਸ਼ਨ। ਸੋ ਰਿਡਕਸ਼ਨ ਔਰ ਆਕਸੀਡੇਸ਼ਨ ਇਕੱਠੀਆਂ ਹੋ ਰਹੀਆਂ। ਹੁਣ Al2O3 ਦੀ ਰਿਡਕਸ਼ਨ ਹੋ ਗਈ, ਸਮਝ ਲੱਗ ਗਿਆ ਸਾਨੂੰ ਕਿਹਨੇ ਕੀਤੀ, Al2O3 ਆਪੇ ਤਾਂ ਨਹੀਂ ਰਿਡਿਊਸ ਹੋ ਗਿਆ, ਇਹਦੀ ਰਿਡਕਸ਼ਨ ਕਿਹਨੇ ਕੀਤੀ, Fe ਨੇ। ਸੋ Fe ਇਜ਼ ਦਾ ਰਿਡਿਊਸਿੰਗ ਏਜੰਟ। ਰਿਡਿਊਸਿੰਗ ਏਜੰਟ ਉਹ ਹੁੰਦਾ ਹੈ ਜਿਹੜਾ ਦੂਜੇ ਨੂੰ ਰਿਡਿਊਸ ਕਰਦੇ। ਆਇਰਨ ਦੀ ਆਕਸੀਡੇਸ਼ਨ ਹੋਈ ਹੈ, ਇਹਦੀ ਕਿਹਨੇ ਕੀਤੀ ਹੈ ਆਕਸੀਡੇਸ਼ਨ, Al2O3 ਨੇ। ਸੋ Al2O3 ਇਜ਼ ਦ ਆਕਸੀਡਾਈਜ਼ਿੰਗ ਏਜੰਟ ਓਵਰ ਹੇਅਰ। ਬੇਟੇ ਇੱਥੇ ਹੁਣ ਮੈਂ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਇੱਕ ਟਿਪ ਦੇਣ ਜਾ ਰਹੀ ਹਾਂ। ਕਾਫੀ ਬੱਚਿਆਂ ਨੂੰ ਨਾ ਬੇਟਾ ਇਹ ਨਹੀਂ ਸਮਝ ਲੱਗਦਾ ਕਿ ਸਾਨੂੰ ਜੀ ਆਕਸੀਡੇਸ਼ਨ ਰਿਡਕਸ਼ਨ, ਕਿ ਠੀਕ ਹੈ ਜੀ ਆਕਸੀਡੇਸ਼ਨ ਦੇ ਵਿੱਚ ਅਸੀਂ ਕਹਿਤਾ ਕਿ ਪਹਿਲਾ ਪੁਆਇੰਟ ਹੈ ਐਡੀਸ਼ਨ ਆਫ ਆਕਸੀਜਨ, ਠੀਕ ਹੈ, ਤੇ ਇੱਥੇ ਅਸੀਂ ਕਹਿ ਦਿੰਨੇ ਆ ਰਿਮੂਵਲ ਆਫ ਆਕਸੀਜਨ, ਠੀਕ ਹੈ। ਦੂਜਾ ਅਸੀਂ ਕਹਿ ਦਿੰਨੇ ਆ ਐਡੀਸ਼ਨ ਆਫ ਕੋਈ ਵੀ ਇਲੈਕਟ੍ਰੋਨੈਗੇਟਿਵ ਐਲੀਮੈਂਟ, ਤੇ ਇੱਥੇ ਅਸੀਂ ਕਹਿ ਦਿੰਨੇ ਆ ਰਿਮੂਵਲ ਆਫ ਇਲੈਕਟ੍ਰੋਨੈਗੇਟਿਵ ਐਲੀਮੈਂਟ, ਠੀਕ। ਇੱਥੇ ਅਸੀਂ ਕਹਿ ਦਿੰਨੇ ਆ ਰਿਮੂਵਲ ਆਫ ਹਾਈਡਰੋਜਨ, ਤੇ ਇੱਧਰ ਅਸੀਂ ਕੀ ਕਵਾਂਗੇ, ਡੈਫੀਨਿਟਲੀ ਐਡੀਸ਼ਨ ਆਫ ਹਾਈਡਰੋਜਨ। ਦੈਨ ਅਸੀਂ ਇੱਥੇ ਕਵਾਂਗੇ ਰਿਮੂਵਲ ਆਫ ਇਲੈਕਟ੍ਰੋ ਪੋਜ਼ਿਟਿਵ ਐਲੀਮੈਂਟ, ਤੇ ਇੱਥੇ ਅਸੀਂ ਕਵਾਂਗੇ ਐਡੀਸ਼ਨ ਆਫ ਇਲੈਕਟ੍ਰੋ ਪੋਜ਼ਿਟਿਵ ਐਲੀਮੈਂਟ। ਚਲੋ ਇਸ ਤੋਂ ਇਲਾਵਾ ਆਕਸੀਡੇਸ਼ਨ ਮਤਲਬ ਲਾਸ ਆਫ ਇਲੈਕਟ੍ਰੋਨ, ਤੇ ਰਿਡਕਸ਼ਨ ਮਤਲਬ ਗੇਨ ਆਫ ਇਲੈਕਟ੍ਰੋਨ। ਅੱਛਾ, ਫਿਰ ਅਸੀਂ ਇਹ ਵੀ ਕਹਿ ਦਿੰਨੇ ਆ ਕਿ ਇਨਕਰੀਜ਼ ਇਨ ਪੋਜ਼ਿਟਿਵ ਚਾਰਜ ਤੇ ਡਿਕਰੀਜ਼ ਇਨ ਨੈਗੇਟਿਵ ਚਾਰਜ, ਠੀਕ ਹੈ। ਸੋ ਇਹਦੇ ਅਕੋਰਡਿੰਗਲੀ ਸਾਡੇ ਕੋਲ ਆ ਜਾਏਗਾ ਡਿਕਰੀਜ਼ ਇਨ ਪੋਜ਼ਿਟਿਵ ਚਾਰਜ ਐਂਡ ਇਨਕਰੀਜ਼ ਇਨ ਨੈਗੇਟਿਵ ਚਾਰਜ। ਬਟ ਬੇਟੇ ਡੈਫੀਨੇਸ਼ਨਸ ਨੂੰ ਬੱਚੇ ਰੱਟਾ ਲਗਾ ਲੈਂਦੇ ਆ, ਪਰ ਜਦੋਂ ਪ੍ਰੈਕਟੀਕਲੀ ਉਹਨਾਂ ਦੇ ਸਾਹਮਣੇ ਕੋਈ ਸਿਚੁਏਸ਼ਨ ਆਉਂਦੀ ਹੈ ਨਾ, ਤਾਂ ਦੇ ਜਸਟ ਬਿਕਮ ਕਨਫਿਊਜ਼ਡ ਕਿ ਸਾਨੂੰ ਨਹੀਂ ਪਤਾ ਲੱਗ ਰਿਹਾ ਜੀ ਅਸੀਂ ਕਿਵੇਂ ਕਰੀਏ, ਮਤਲਬ ਕਿ ਨਹੀਂ ਡਿਸਟਿੰਗੁਇਸ਼ ਕਰ ਪਾ ਰਹੇ ਕਿ ਕਿੱਥੇ ਆਕਸੀਡੇਸ਼ਨ ਹੋ ਰਹੀ ਹੈ ਕਿੱਥੇ ਰਿਡਕਸ਼ਨ। ਉਹਦਾ ਇੱਕ ਕਾਰਨ ਹੈ ਬੇਟੇ, ਉਹਦਾ ਕਾਰਨ ਕੀ ਹੈ ਕਿ ਬੱਚਿਆਂ ਨੂੰ ਇਹੀ ਨਹੀਂ ਪਤਾ ਕਿ ਕਿਹੜਾ ਇਲੈਕਟ੍ਰੋ ਪੋਜ਼ਿਟਿਵ ਹੈ ਤੇ ਕਿਹੜਾ ਇਲੈਕਟ੍ਰੋ ਨੈਗੇਟਿਵ ਐਲੀਮੈਂਟ ਹੈ। ਇਹ ਹਾਈਡਰੋਜਨ ਤੇ ਆਕਸੀਜਨ ਤਾਂ ਸਮਝ ਆ ਜਾਂਦੇ ਆ ਵੀ ਜੇ ਆਕਸੀਜਨ ਐਡ ਹੋਈ ਹੈ ਆਕਸੀਡੇਸ਼ਨ ਹੈ, ਤੇ ਜੇ ਹਾਈਡਰੋਜਨ ਐਡ ਹੋਈ ਹੈ ਰਿਡਕਸ਼ਨ ਹੈ, ਪਰ ਆ ਇਲੈਕਟ੍ਰੋ ਪੋਜ਼ਿਟਿਵ ਇਲੈਕਟ੍ਰੋ ਨੈਗੇਟਿਵ ਇਹ ਨਹੀਂ ਸਮਝ ਲੱਗਦੇ। ਪੁੱਤਰ ਜੇ ਤੁਹਾਡੇ ਕੋਲੇ ਕੋਈ ਵੀ ਕੰਪਾਊਂਡ ਹੈ ਜਿਹੜਾ ਪਹਿਲਾ ਅੱਖਰ ਹੋਏਗਾ, ਪਹਿਲਾ ਐਲੀਮੈਂਟ ਹੋਏਗਾ, that will be always electropositive, always electropositive। ਤੇ ਜਿਹੜਾ ਦੂਸਰੇ ਪੁਆਇੰਟ ਤੇ ਹੋਏਗਾ ਨਾ, ਬਾਅਦ ਚੋਂ ਲਿਖਿਆ ਹੋਏਗਾ, that is electronegative। ਹੁਣ ਬੇਟੇ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਜਿਹੜੀਆਂ ਪਹਿਲੇ ਡਿਸਕਸ ਕੀਤੀਆਂ ਨਾ ਉੱਥੇ ਹੀ ਦੁਬਾਰਾ ਲੈ ਕੇ ਚੱਲਦੀ ਹਾਂ ਕਿ ਤੁਹਾਨੂੰ ਉੱਥੇ ਨਹੀਂ ਸਮਝ ਲੱਗਿਆ ਹੋਣਾ, I am sure। ਨਾਓ ਇੱਥੇ ਐਡੀਸ਼ਨ ਆਫ ਇਲੈਕਟ੍ਰੋਨੈਗੇਟਿਵ ਐਲੀਮੈਂਟ ਕੀ, ਠੀਕ ਹੈ, ਤਾਂ ਆਪਾਂ ਨੂੰ ਬਾਏ ਨੇਮ ਯਾਦ ਰੱਖਣਾ ਪੈਣਾ। ਜਦੋਂ ਆਪਾਂ ਇਸ ਪਾਰਟਿਕੂਲਰ ਕੇਸ ਦੀ ਗੱਲ ਕਰਦੇ ਹਾਂ ਜਾਂ ਇਸ ਕੇਸ ਦੀ ਗੱਲ ਕਰਦੇ ਹਾਂ ਨਾ,
H2S ਦੇ ਵਿੱਚੋਂ ਦੀ ਹਾਈਡਰੋਜਨ ਨਿਕਲ ਗਈ, ਇਹ ਈਜ਼ੀਲੀ ਸਮਝ ਲੱਗ ਜਾਂਦਾ ਹੈ। ਹੁਣ KI ਆਹ ਵਾਲੀ ਜਦੋਂ ਇਕੁਏਸ਼ਨ ਹੈ ਨਾ, ਤਾਂ ਤੁਸੀਂ ਪਹਿਲੇ ਕੰਪਾਊਂਡ ਨੂੰ ਹੀ ਦੇਖੋ। KI ਦੇ ਵਿੱਚੋਂ ਦੀ ਆ ਜਿਹੜੀ ਚੀਜ਼ ਹੈ ਆਇਓਡੀਨ, ਜਿਹੜੀ ਮੈਂ ਤੁਹਾਨੂੰ ਹੁਣੇ ਹੀ ਸਮਝਾਈ ਹੈ ਪੁੱਤਰ, ਤੁਹਾਨੂੰ ਬਿਲਕੁਲ ਹੁਣੇ ਹੀ ਦੱਸਿਆ ਨਾ ਕਿ ਜਦੋਂ ਕੋਈ ਚੀਜ਼ A B ਦੀ ਸ਼ਕਲ 'ਚ ਲਿਖੀ ਹੋਈ ਹੈ, ਜਿਹੜੀ ਚੀਜ਼ ਬਾਅਦ 'ਚੋਂ ਲਿਖੀ ਹੋਈ ਹੈ B ਦੀ ਪੋਜੀਸ਼ਨ ਤੇ, ਆਇਓਡੀਨ ਇੱਥੇ B ਦੀ ਪੋਜੀਸ਼ਨ ਤੇ ਹੈ। ਸੋ ਦਿਸ ਇਜ਼ ਵਾਟ, ਦਿਸ ਇਜ਼ ਇਲੈਕਟ੍ਰੋਨੈਗੇਟਿਵ। ਸੋ ਰਿਮੂਵ ਕੀ ਹੋਇਆ, ਆਇਓਡੀਨ ਸੈਪਰੇਟ ਹੋ ਗਈ। ਸੋ ਦਿਸ ਇਜ਼ ਰਿਮੂਵਲ ਆਫ ਇਲੈਕਟ੍ਰੋਪੋਜ਼ਿਟਿਵ। A ਵਾਲੀ ਪੋਜੀਸ਼ਨ ਤੇ ਪੋਟੈਸ਼ੀਅਮ ਸੀ, ਪੋਟੈਸ਼ੀਅਮ ਪਹਿਲਾਂ ਹੈ, ਸੋ ਦਿਸ ਰਿਮੂਵ ਹੋ ਰਿਹਾ ਹੈ ਪੋਟੈਸ਼ੀਅਮ। ਤਾਂ ਇਸ ਦੇ ਰਿਮੂਵਲ ਨੂੰ ਅਸੀਂ ਕੀ ਨਾਮ ਦੇ ਰਹੇ ਹਾਂ, ਆਕਸੀਡੇਸ਼ਨ। ਸੋ ਇਸੇ ਤਰੀਕੇ ਨਾਲ ਆਪਣੇ ਕੋਲੇ ਹੋਰ ਐਗਜ਼ਾਮਪਲਸ ਵੀ ਜਿਹੜੀਆਂ ਆਪਾਂ ਕੀਤੀਆਂ ਹੈ ਉਹ ਵੀ ਇੱਕ ਵਾਰੀ ਦੇਖ ਲੈਂਦੇ ਆ। ਹੇਅਰ ਐਜ਼ ਯੂ ਕੈਨ ਸੀ ਕਿ ਇਸ ਕੇਸ ਦੇ ਵਿੱਚ ਦੇਖੋ FeCl3 ਦੇ ਵਿੱਚੋਂ ਦੀ FeCl2 ਬਣ ਗਿਆ। ਸੋ Cl ਜਿਹੜਾ ਹੈ ਪਿੱਛੇ ਲਿਖਿਆ ਹੋਇਆ ਹੈ AB ਦੇ ਵਿੱਚ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ B ਇਜ਼ ਇਲੈਕਟ੍ਰੋਨੈਗੇਟਿਵ। ਸੋ ਇਲੈਕਟ੍ਰੋਨੈਗੇਟਿਵ ਐਲੀਮੈਂਟ ਰਿਮੂਵ ਹੋ ਰਿਹਾ ਹੈ ਨਾ, ਠੀਕ। ਸੋ ਦਿਸ ਇਜ਼ ਵਾਟ, ਦਿਸ ਇਜ਼ ਰਿਡਕਸ਼ਨ। ਸੋ ਬੇਟਾ ਹੁਣ ਮੇਰੇ ਖਿਆਲ 'ਚ ਤੁਹਾਨੂੰ ਇਹ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਸੋ ਹੁਣ ਬੇਟਾ ਆਪਣੇ ਕੋਲੇ ਨੈਕਸਟ ਆ ਰਿਹਾ ਹੈ ਟਾਈਪਸ ਆਫ ਰਿਡੌਕਸ ਰਿਐਕਸ਼ਨਸ। ਸੋ ਇੱਥੇ ਆਪਣੇ ਕੋਲੇ ਕਿਹੜੇ ਰਿਡੌਕਸ ਰਿਐਕਸ਼ਨਸ ਹੁੰਦੀਆਂ ਉਹ ਆਪਾਂ ਸਟੱਡੀ ਕਰਨੀ ਹੈ। ਸੋ ਫਰਸਟ ਟਾਈਪ ਇਜ਼ ਕੰਬੀਨੇਸ਼ਨ ਰਿਐਕਸ਼ਨ। ਬੇਟੇ ਅਜਿਹੀ ਰਿਡੌਕਸ ਰਿਐਕਸ਼ਨ ਜਿੰਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਐਲੀਮੈਂਟਸ ਕੰਬਾਈਨ ਕਰਕੇ ਇੱਕ ਸਿੰਗਲ ਕੰਪਾਊਂਡ ਬਣਾਉਂਦੇ ਹੈ, ਉਹਨਾਂ ਰਿਐਕਸ਼ਨਸ ਨੂੰ ਆਪਾਂ ਕਹਿੰਦੇ ਆ ਕੰਬੀਨੇਸ਼ਨ ਰਿਐਕਸ਼ਨ। ਜਿਵੇਂ ਇੱਥੇ ਦੇਖੋ ਕਾਰਬਨ ਤੇ ਆਕਸੀਜਨ ਮਿਲ ਕੇ ਕਾਰਬਨ ਡਾਈਆਕਸਾਈਡ ਬਣਾ ਰਹੇ ਹੈ, ਇਸੇ ਤਰੀਕੇ ਨਾਲ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਵਾਟਰ ਬਣਾ ਰਹੇ ਹੈ। ਇਹ ਬੈਲੈਂਸਡ ਨਹੀਂ ਹੈ ਇਕੁਏਸ਼ਨ। ਮੈਗਨੀਸ਼ੀਅਮ ਤੇ ਫਲੋਰੀਨ ਮਿਲ ਕੇ ਮੈਗਨੀਸ਼ੀਅਮ ਫਲੋਰਾਈਡ ਬਣਾ ਰਹੇ ਹੈ। ਬੇਟਾ ਇਹ ਰਿਡੌਕਸ ਰਿਐਕਸ਼ਨ ਹੈ। some element is gaining oxygen, ठीक है, and oxygen is gaining some other element। so इनदे विच आपां यह redox दी एक तरह simplest form है जिथे आपां दो elements दे combination ਨੂੰ देखते हैं। next आ ਜਾਂਦੀਆਂ है decomposition reactions। ਇਹ ਅਜਿਹੀਆਂ ਰਿਡੌਕਸ ਰਿਐਕਸ਼ਨਸ ਹੁੰਦੀਆਂ ਜਿਨ੍ਹਾਂ 'ਚ ਇੱਕ ਕੰਪਾਊਂਡ ਬ੍ਰੇਕ ਡਾਊਨ ਹੁੰਦਾ ਹੈ ਤੇ ਦੋ ਜਾਂ ਦੋ ਤੋਂ ਵੱਧ ਐਲੀਮੈਂਟਸ ਇਹਦੇ 'ਚ ਬਣਦੇ ਹੈ। ਸੋ ਅਜਿਹੀਆਂ ਰਿਡੌਕਸ ਰਿਐਕਸ਼ਨਸ ਨੂੰ ਆਪਾਂ ਕਹਿੰਦੇ ਹਾਂ ਡੀਕੰਪੋਜੀਸ਼ਨ ਰਿਐਕਸ਼ਨਸ। ਜਿਵੇਂ ਵਾਟਰ ਦੀ ਡੀਕੰਪੋਜੀਸ਼ਨ ਹੋਏਗੀ, ਵਾਟਰ ਟੁੱਟੇਗਾ ਤਾਂ ਹਾਈਡਰੋਜਨ ਤੇ ਆਕਸੀਜਨ ਬਣਨਗੇ। ਕੈਲਸ਼ੀਅਮ ਕਾਰਬੋਨੇਟ ਦੀ ਬ੍ਰੇਕਡਾਊਨ ਹੋਏਗੀ ਤਾਂ ਕੈਲਸ਼ੀਅਮ ਆਕਸਾਈਡ ਤੇ ਕਾਰਬਨ ਡਾਈਆਕਸਾਈਡ ਇਹ ਬਣ ਰਹੇ ਹੈ। ਸੋ ਦਿਸ ਇਜ਼ ਸੈਕਿੰਡ ਟਾਈਪ ਆਫ ਰਿਡੌਕਸ ਰਿਐਕਸ਼ਨ। ਥਰਡ ਟਾਈਪ ਆਫ ਰਿਡੌਕਸ ਰਿਐਕਸ਼ਨ ਇਜ਼ ਡਿਸਪਲੇਸਮੈਂਟ ਰਿਐਕਸ਼ਨ। ਡਿਸਪਲੇਸਮੈਂਟ ਰਿਐਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਐਟਮ ਜਾਂ ਆਇਨ ਕਿਸੇ ਕੰਪਾਊਂਡ ਦਾ ਉਹ ਰਿਪਲੇਸ ਹੋ ਜਾਵੇ। ਰਿਪਲੇਸਮੈਂਟ ਮਤਲਬ ਇੱਕ ਐਟਮ ਜਾਂ ਆਇਨ ਬਾਹਰ ਨਿਕਲ ਜਾਊਗਾ ਤੇ ਉਹਦੀ ਥਾਂ ਤੇ ਕੋਈ ਅਨਦਰ ਐਟਮ ਜਾਂ ਆਇਨ ਆ ਜਾਏਗਾ। ਦੇਖੋ ਜਿਵੇਂ AB ਹੈ, AB ਦੇ ਨਾਲ C ਕੰਬਾਈਨ ਕਰ ਰਹੇ ਆ, ਸੋ B ਬਾਹਰ ਨਿਕਲ ਗਿਆ, C ਉਹਦੀ ਥਾਂ ਤੇ ਆ ਕੇ ਰਿਪਲੇਸ ਹੋ ਗਿਆ, ਠੀਕ ਹੈ। ਸੋ ਇਹ ਜਿਹੜੀਆਂ ਡਿਸਪਲੇਸਮੈਂਟ ਰਿਐਕਸ਼ਨਸ ਹੈ ਇਹ ਦੋ ਤਰ੍ਹਾਂ ਦੀਆਂ ਹੋ ਸਕਦੀਆਂ। ਵਨ ਆਰ ਮੈਟਲ ਡਿਸਪਲੇਸਮੈਂਟ ਰਿਐਕਸ਼ਨਸ, ਦੂਸਰੀਆਂ ਹੈ ਨਾਨ ਮੈਟਲ ਡਿਸਪਲੇਸਮੈਂਟ ਰਿਐਕਸ਼ਨ। ਹੁਣ ਜੇ ਤਾਂ ਜਿਵੇਂ ਆਪਾਂ ਇੱਥੇ ਪਹਿਲੇ ਐਗਜ਼ਾਮਪਲ ਲੈਂਦੇ ਹਾਂ, ਕਾਪਰ ਸਲਫੇਟ ਦੇ ਨਾਲ ਜ਼ਿੰਕ ਰਿਐਕਟ ਕਰ ਰਹੇ ਆ। ਹੁਣ ਕਾਪਰ ਜਿਹੜਾ ਹੈ ਬਾਹਰ ਨਿਕਲ ਗਿਆ, ਕਾਪਰ ਦੀ ਥਾਂ ਤੇ ਜ਼ਿੰਕ ਆ ਕੇ ਸਬਸਟੀਟਿਊਟ ਹੋ ਗਿਆ। ਸੋ ਇੱਕ ਮੈਟਲ ਐਟਮ ਬਾਹਰ ਨਿਕਲਿਆ ਤੇ ਦੂਜਾ ਮੈਟਲ ਐਟਮ ਜਿਹੜਾ ਹੈ ਉਸ ਕੰਪਾਊਂਡ ਦੇ ਵਿੱਚ ਆ ਕੇ ਸਬਸਟੀਟਿਊਟ ਹੋ ਗਿਆ, ਡਿਸਪਲੇਸ ਕਰਤਾ ਉਹਨੇ। ਇਸ ਨੂੰ ਆਪਾਂ ਕਹਿੰਦੇ ਆ ਜੇ ਮੈਟਲ ਡਿਸਪਲੇਸਮੈਂਟ ਹੋ ਰਹੀ ਹੈ ਨਾ ਤਾਂ ਮੈਟਲ ਐਟਮ ਡਿਸਪਲੇਸ ਹੋ ਰਹੇ ਹੈ ਆਪਣੀ ਜਗ੍ਹਾ ਤੋਂ, ਤੇ ਜੇ ਨਾਨ ਮੈਟਲ ਡਿਸਪਲੇਸ ਹੋ ਰਹੀ ਹੈ ਤਾਂ ਉਹਨੂੰ ਆਪਾਂ ਕਹਿੰਦੇ ਆ ਨਾਨ ਮੈਟਲ ਡਿਸਪਲੇਸਮੈਂਟ ਰਿਐਕਸ਼ਨ। ਫॉर ਐਗਜ਼ਾਮਪਲ ਜ਼ਿੰਕ ਦੇ ਉੱਤੇ ਬੇਟੇ ਆਪਾਂ ਸਲਫਿਊਰਿਕ ਐਸਿਡ ਐਡ ਕੀਤਾ ਤਾਂ ਸਲਫਿਊਰਿਕ ਐਸਿਡ ਦੇ ਵਿੱਚੋਂ ਹਾਈਡਰੋਜਨ ਗੈਸ ਬਾਹਰ ਨਿਕਲ ਗਈ ਤੇ ਹਾਈਡਰੋਜਨ ਦੀ ਥਾਂ ਤੇ ਜ਼ਿੰਕ ਆ ਕੇ ਪਲੇਸ ਹੋ ਗਿਆ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਰਿਡੌਕਸ ਰਿਐਕਸ਼ਨ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਰਿਡੌਕਸ ਰਿਐਕਸ਼ਨਸ ਨੂੰ ਆਪਾਂ ਡਿਸਪਲੇਸਮੈਂਟ ਰਿਐਕਸ਼ਨਸ ਕਹਿੰਦੇ ਆ।
ਜਦੋਂ ਕਿਸੇ ਦੀ ਥਾਂ ਤੇ ਆ ਕੇ ਕੋਈ ਦੂਸਰਾ ਐਟਮ ਜਾਂ ਆਇਨ ਪਲੇਸ ਹੋ ਜੇ ਉਹਨੂੰ ਆਪਾਂ ਕਹਿੰਦੇ ਹਾਂ ਡਿਸਪਲੇਸਮੈਂਟ ਰਿਐਕਸ਼ਨ। ਲਾਸਟ ਟਾਈਪ ਹੈ ਰਿਡੌਕਸ ਰਿਐਕਸ਼ਨਸ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਡਿਸਪ੍ਰਪੋਰਸ਼ੀਓਨੇਸ਼ਨ ਰਿਐਕਸ਼ਨ। ਸੋ ਡਿਸਪ੍ਰਪੋਰਸ਼ੀਓਨੇਸ਼ਨ ਰਿਐਕਸ਼ਨ ਇੱਕ ਅਜਿਹੀ ਰਿਡੌਕਸ ਰਿਐਕਸ਼ਨ ਹੁੰਦੀ ਹੈ ਜਿਹਦੇ ਵਿੱਚ ਇੱਕ ਐਲੀਮੈਂਟ ਇਟ ਸ਼ੋਜ਼ ਆਕਸੀਡੇਸ਼ਨ ਐਜ਼ ਵੈਲ ਐਜ਼ ਰਿਡਕਸ਼ਨ। ਦੇਖੋ ਜਿਵੇਂ ਹੁਣ H2O2 ਦੇ ਵਿੱਚ ਆਕਸੀਜਨ ਦਾ ਜਿਹੜਾ ਆਕਸੀਡੇਸ਼ਨ ਨੰਬਰ ਹੈ ਦੈਟ ਇਜ਼ -1। ਜਦੋਂ ਆਕਸੀਜਨ H2O2 ਪਿਆ ਆਪਣੇ ਆਪ ਹੀ ਵਾਟਰ ਔਰ ਆਕਸੀਜਨ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਤੇ ਜਦੋਂ ਅਸੀਂ ਆਕਸੀਜਨ ਦੀ ਆਕਸੀਡੇਸ਼ਨ ਸਟੇਟ ਦੇਖਦੇ ਆ ਨਾ, ਜੋ ਕਿ ਤੁਹਾਨੂੰ ਮੈਂ ਹੁਣੇ ਹੀ ਸਮਝਾਉਂਗੀ ਕਿ ਕੀ ਹੁੰਦੀ ਹੈ, ਤਾਂ ਸਾਨੂੰ ਇੱਥੋਂ ਦੀ ਦੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਆਕਸੀਜਨ ਦੀ ਆਕਸੀਡੇਸ਼ਨ ਹੋ ਰਹੀ ਹੈ H2O2 ਦੇ ਵਿੱਚ ਹੀ, ਤੇ ਆਕਸੀਜਨ ਦੀ ਹੀ ਰਿਡਕਸ਼ਨ ਹੋ ਰਹੀ ਹੈ। ਬੇਟਾ ਇਹ ਡੈਫੀਨੇਸ਼ਨ ਸਮਝਣ ਦੇ ਲਈ ਨਾ ਪਹਿਲੇ ਆਪਾਂ ਨੂੰ ਆਕਸੀਡੇਸ਼ਨ ਨੰਬਰ ਸਮਝਣਾ ਪਏਗਾ। ਬਸ ਇੱਥੇ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਹੋਰ ਸਮਝਾਉਣਾ ਚਾਹੂੰਗੀ ਕਿ ClO2- ਇਹਦੇ ਵਿੱਚ ਕਲੋਰੀਨ ਦੀ ਹੀ ਆਕਸੀਡੇਸ਼ਨ ਹੋ ਰਹੀ ਹੈ ਤੇ ClO3- ਬਣ ਰਿਹਾ ਹੈ, ਤੇ ਕਲੋਰੀਨ ਦੀ ਹੀ ਰਿਡਕਸ਼ਨ ਹੋ ਰਹੀ ਹੈ, Cl- ਬਣ ਰਿਹਾ ਹੈ। ਕਹਿਣ ਦਾ ਮਤਲਬ ਇਹ ਹੈ ਬੇਟਾ ਕਿ ਜਦੋਂ ਕਿਸੇ ਰਿਐਕਸ਼ਨ ਦੇ ਵਿੱਚ ਮੰਨ ਲਓ ਇੱਕ ਹੀ B ਦੀ ਹੀ ਆਹ ਵਾਲੀ ਫਾਰਮ ਬਣ ਜੇ ਜਾਂ B ਦੀ ਆਹ ਵਾਲੀ ਫਾਰਮ ਬਣ ਜੇ, ਆਕਸੀਡੇਸ਼ਨ ਐਂਡ ਰਿਡਕਸ਼ਨ ਦੋਨਾਂ ਚੋਂ ਕਿਸੇ ਵੀ ਐਟਮ ਦੀ, ਸੋ ਇਹਨੂੰ ਅਸੀਂ ਕਵਾਂਗੇ, ਇਸ ਤਰ੍ਹਾਂ ਦੀ ਰਿਐਕਸ਼ਨ ਨੂੰ ਅਸੀਂ ਕਵਾਂਗੇ ਡਿਸਪ੍ਰੋਪੋਰਸ਼ੀਓਨੇਸ਼ਨ ਰਿਐਕਸ਼ਨ। ਠੀਕ ਹੈ, ਡਿਸਪ੍ਰੋਪੋਰਸ਼ੀਓਨੇਸ਼ਨ ਰਿਐਕਸ਼ਨ। ਸੋ ਇਹ ਤੁਹਾਨੂੰ ਬੇਟਾ ਤਾਂ ਸਮਝ ਆਏਗੀ ਜੇ ਪਹਿਲਾਂ ਤੁਹਾਨੂੰ ਕਨਸੈਪਟ ਆਫ ਆਕਸੀਡੇਸ਼ਨ ਨੰਬਰ ਸਮਝ ਆਉਂਦਾ। ਸੋ ਵਾਟ ਇਜ਼ ਆਕਸੀਡੇਸ਼ਨ ਨੰਬਰ? ਆਕਸੀਡੇਸ਼ਨ ਨੰਬਰ ਦੇ ਵਿੱਚ ਬੇਟੇ ਪਹਿਲੇ ਆਪਾਂ ਡੈਫੀਨੇਸ਼ਨ ਪੜ੍ਹ ਲਈਏ ਕਿ ਹੁੰਦਾ ਕੀ ਹੈ। ਆਕਸੀਡੇਸ਼ਨ ਨੰਬਰ, ਜਿਹਨੂੰ ਅਸੀਂ ਆਕਸੀਡੇਸ਼ਨ ਸਟੇਟ ਵੀ ਕਹਿੰਦੇ ਹਾਂ, ਇਹ ਦਰਅਸਲ ਟੋਟਲ ਨੰਬਰ ਆਫ ਇਲੈਕਟ੍ਰੋਨਸ ਹੁੰਦੇ ਹੈ ਜਿਹੜਾ ਕਿ ਕੋਈ ਐਟਮ ਜਾਂ ਤਾਂ ਗੇਨ ਕਰੇਗਾ ਜਾਂ ਲੂਜ਼ ਕਰੇਗਾ ਇਨ ਆਰਡਰ ਟੂ ਫਾਰਮ ਅ ਕੈਮੀਕਲ ਬੌਂਡ ਵਿਦ ਅਨਦਰ ਐਟਮ। ਮਤਲਬ ਕਿ ਕਿਸੇ ਹੋਰ ਐਟਮ ਦੇ ਨਾਲ ਬੌਂਡ ਬਣਾਉਣ ਲਈ ਕਿਸੇ ਐਟਮ ਦੁਆਰਾ ਕਿੰਨੇ ਟੋਟਲ ਨੰਬਰ ਆਫ ਇਲੈਕਟ੍ਰੋਨ ਗੇਨ ਕੀਤੇ ਜਾਣਗੇ ਜਾਂ ਲੂਜ਼ ਕੀਤੇ ਜਾਣਗੇ, ਉਹਨੂੰ ਆਪਾਂ ਕਹਿੰਦੇ ਆ ਆਕਸੀਡੇਸ਼ਨ ਨੰਬਰ। ਸੋ ਆਕਸੀਡੇਸ਼ਨ ਨੰਬਰ ਕਿਸੇ ਵੀ ਐਟਮ ਦਾ ਉਹਦੀ ਐਲੀਮੈਂਟਰੀ ਸਟੇਟ 'ਚ 0 ਹੁੰਦਾ ਹੈ। ਜਿਵੇਂ ਹਾਈਡਰੋਜਨ H2, ਇਹਦੇ 'ਚ ਹਾਈਡਰੋਜਨ ਦਾ ਜਿਹੜਾ ਆਕਸੀਡੇਸ਼ਨ ਨੰਬਰ ਹੈ ਦੈਟ ਵਿਲ ਬੀ 0। ਜਦੋਂ ਆਪਾਂ ਗੱਲ ਕਰਦੇ ਹਾਂ S8 ਸਲਫਰ ਦੀ, ਤਾਂ ਸਲਫਰ ਦੇ ਵਿੱਚ S8 ਦੇ ਵਿੱਚ ਜਿਹੜਾ ਸਲਫਰ ਦਾ ਆਕਸੀਡੇਸ਼ਨ ਨੰਬਰ ਹੈ that is 0. So oxidation number of phosphorus in P4 it is also 0. O2 ਜਾਂ O3 ਦੇ ਵਿੱਚ ਵੀ, ਕਿਉਂਕਿ ਆਕਸੀਜਨ ਦੀਆਂ ਇਹ ਐਲੀਮੈਂਟਰੀ ਸਟੇਟਸ ਹੈ, ਇਹਨਾਂ ਦੇ ਵਿੱਚ ਆਕਸੀਜਨ ਐਟਮ ਦਾ ਆਕਸੀਡੇਸ਼ਨ ਨੰਬਰ ਵਿਲ ਬੀ 0. ਸੋ ਆਪਾਂ ਇੱਥੇ ਯਾਦ ਰੱਖਣਾ ਹੈ ਕਿ ਕਿਸੇ ਵੀ ਐਟਮ ਦਾ ਆਕਸੀਡੇਸ਼ਨ ਨੰਬਰ ਉਹਦੀ ਐਲੀਮੈਂਟਲ ਸਟੇਟ ਦੇ ਵਿੱਚ 0 ਹੋਏਗਾ। ਸੈਕਿੰਡ ਥਿੰਗ ਹੈ ਕਿ ਜਦੋਂ ਐਟਮ ਆਪਣੇ ਆਇਨ ਦੀ ਫਾਰਮ ਦੇ ਵਿੱਚ ਹੈ ਤਾਂ ਆਕਸੀਡੇਸ਼ਨ ਸਟੇਟ ਕਿੰਨੀ ਹੋਏਗੀ? ਉਸ ਟਾਈਮ ਤੇ ਐਟਮ ਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ ਉਹ ਉਹਦੇ ਚਾਰਜ ਦੇ ਬਰਾਬਰ ਹੋਏਗੀ। ਜਿਵੇਂ ਹੁਣ ਸੋਡੀਅਮ +1 ਹੈ, ਸੋ ਇਸ ਆਇਨ ਦੇ ਵਿੱਚ ਸੋਡੀਅਮ ਦੀ ਜਿੰਨਾ ਚਾਰਜ ਹੈ ਓਨੀ ਉਹਦੀ ਆਕਸੀਡੇਸ਼ਨ ਸਟੇਟ ਹੈ। ਮੈਗਨੀਸ਼ੀਅਮ ਦੀ ਆਪਾਂ ਗੱਲ ਕਰਦੇ ਹਾਂ, ਸੋ ਇਸ ਆਇਨਿਕ ਫਾਰਮ ਦੇ ਵਿੱਚ ਇਹਦੀ ਜਿਹੜੀ ਆਕਸੀਡੇਸ਼ਨ ਸਟੇਟ ਹੈ ਉਹਦੇ ਚਾਰਜ ਦੇ ਬਰਾਬਰ ਹੈ। ਜੇ ਆਪਾਂ Al3 ਪੋਜ਼ਿਟਿਵ ਦੀ ਗੱਲ ਕਰਦੇ ਹਾਂ ਤਾਂ ਇਹਦੀ ਇੱਥੇ ਆਕਸੀਡੇਸ਼ਨ ਸਟੇਟ +3 ਹੈ। ਇਸੇ ਤਰੀਕੇ ਨਾਲ ਜੇ ਆਪਾਂ ਆਕਸਾਈਡ ਦੀ ਗੱਲ ਕਰਦੇ ਹਾਂ, ਆਕਸਾਈਡ ਦਾ ਮਤਲਬ ਕੀ ਹੁੰਦਾ ਹੈ? O2-। ਸੋ O2- ਦੇ ਵਿੱਚ ਆਕਸੀਡੇਸ਼ਨ ਸਟੇਟ that will be equal to -2. ਥਰਡ ਪੁਆਇੰਟ ਹੈ ਕਿ ਆਕਸੀਡੇਸ਼ਨ ਸਟੇਟ ਆਫ ਅਲਕਲੀ ਮੈਟਲਸ, ਆਕਸੀਡੇਸ਼ਨ ਸਟੇਟ ਆਫ ਅਲਕਲੀ ਮੈਟਲ। ਅਲਕਲੀ ਮੈਟਲ ਕਿਹੜੇ ਹੁੰਦੇ? ਲੀਥੀਅਮ, ਸੋਡੀਅਮ, ਪੋਟੈਸ਼ੀਅਮ, ਰੂਬੀਡੀਅਮ, ਸੀਜ਼ੀਅਮ, ਫ੍ਰਾਂਸੀਅਮ। ਸੋ ਇਹਨਾਂ ਸਾਰੇ ਅਲਕਲੀ ਮੈਟਲਸ ਦੀ ਆਕਸੀਡੇਸ਼ਨ ਸਟੇਟ ਇਜ਼ +1। ਇਸੇ ਤਰ੍ਹਾਂ ਅਲਕਲਾਈਨ ਅਰਥ ਮੈਟਲਸ ਦੀ ਆਕਸੀਡੇਸ਼ਨ ਸਟੇਟ ਇਜ਼ +2। ਅਲਕਲਾਈਨ ਅਰਥ ਮੈਟਲ ਕਿਹੜੀਆਂ-ਕਿਹੜੀਆਂ ਹੈ? ਬੈਰੀਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੋਂਸ਼ੀਅਮ, ਬੇਰੀਅਮ।
ਸੋ ਜੇ ਆਪਾਂ ਆਕਸੀਜਨ ਦੀ ਗੱਲ ਕਰੀਏ ਤਾਂ ਆਕਸੀਜਨ ਦੀ ਆਕਸੀਡੇਸ਼ਨ ਸਟੇਟ ਆਕਸਾਈਡ ਦੇ ਵਿੱਚ -2 ਹੁੰਦੀ ਹੈ ਤੇ ਜਦੋਂ ਪਰਆਕਸਾਈਡ ਹੁੰਦਾ ਹੈ ਤਾਂ ਇਟ ਇਜ਼ -1 ਐਂਡ ਹਾਈਐਸਟ ਆਕਸੀਡੇਸ਼ਨ ਸਟੇਟ ਪਹਿਲੇ ਦੋ ਗਰੁੱਪਸ ਦੀ that is equal to ਗਰੁੱਪ ਨੰਬਰ ਤੇ ਜਿਹੜੀ ਹਾਈਐਸਟ ਆਕਸੀਡੇਸ਼ਨ ਸਟੇਟ ਕਿਸੇ ਵੀ ਹੋਰ ਗਰੁੱਪ ਦੀ ਹੈ ਉਹ ਹੋਏਗੀ ਗਰੁੱਪ ਨੰਬਰ -10। ਦੇਖੋ ਪਹਿਲੇ ਜਾਂ ਦੂਜੇ ਗਰੁੱਪ ਦੀ ਆਕਸੀਡੇਸ਼ਨ ਸਟੇਟ ਉਹਨਾਂ ਦੇ ਗਰੁੱਪ ਨੰਬਰ ਜਿੰਨੀ ਹੀ ਹੈ, ਜਿਵੇਂ ਸੋਡੀਅਮ ਦੀ +1 ਹੈ, ਮੈਗਨੀਸ਼ੀਅਮ ਦੀ +2 ਹੈ। ਕੋਈ ਵੀ ਪਹਿਲੇ ਗਰੁੱਪ ਦਾ ਜਾਂ ਦੂਜੇ ਗਰੁੱਪ ਦਾ ਮੈਂਬਰ ਹੈ ਨਾ ਤਾਂ ਉਹਦੀ ਹਾਈਐਸਟ ਆਕਸੀਡੇਸ਼ਨ ਸਟੇਟ +1 ਜਾਂ +2 ਹੀ ਹੋਏਗੀ ਜਿੰਨਾ ਉਹਦਾ ਗਰੁੱਪ ਨੰਬਰ ਹੈ। ਪਰ ਜੇ ਆਪਾਂ ਐਲੂਮੀਨੀਅਮ, ਸਿਲੀਕਨ, ਫਾਸਫੋਰਸ, ਸਲਫਰ, ਕਲੋਰੀਨ ਜਿਨ੍ਹਾਂ ਦੇ ਗਰੁੱਪ ਨੰਬਰ 10 ਤੋਂ ਜ਼ਿਆਦਾ ਹੈ ਉਹਨਾਂ ਦੇ ਵਿੱਚ ਆਪਾਂ ਗਰੁੱਪ ਨੰਬਰ ਦੇ ਵਿੱਚੋਂ 10 ਮਾਈਨਸ ਕਰ ਦੋ। 13 ਦੇ ਵਿੱਚੋਂ 10 ਮਾਈਨਸ ਕਰਤਾ ਇਟ ਇਜ਼ +3। 14 ਦੇ ਵਿੱਚੋਂ 10 ਮਾਈਨਸ ਕਰਤਾ 4। ਫਾਸਫੋਰਸ ਦੇ ਕੇਸ 'ਚ 15 ਦੇ ਵਿੱਚੋਂ 10 ਮਾਈਨਸ ਕਰਤਾ +5। ਦੈਨ ਸਲਫਰ ਦੇ ਕੇਸ 'ਚ ਇਸੇ ਤਰ੍ਹਾਂ +6 ਤੇ ਕਲੋਰੀਨ ਦੇ ਕੇਸ 'ਚ ਇਟ ਵਿਲ ਬੀ +7। ਜਿੰਨਾ ਗਰੁੱਪ ਨੰਬਰ ਹੈ ਉਹਦੇ ਚੋਂ 10 ਮਾਈਨਸ ਕਰਨੇ ਆਪਾਂ। ਸੋ ਆਪਾਂ ਕੁਝ ਐਗਜ਼ਾਮਪਲਸ ਲੈਣੇ ਆ ਜਿੱਥੇ ਆਪਾਂ ਆਕਸੀਡੇਸ਼ਨ ਸਟੇਟ ਕੈਲਕੂਲੇਟ ਕਰਕੇ ਦੇਖਦੇ ਹਾਂ। ਦੇਖੋ ਸਭ ਤੋਂ ਪਹਿਲਾਂ MnO4-1। ਹੁਣ ਇਹਦੇ ਵਿੱਚ ਅਸੀਂ ਮੈਂਗਨੀਜ਼ ਦੀ ਆਕਸੀਡੇਸ਼ਨ ਸਟੇਟ ਕੈਲਕੂਲੇਟ ਕਰਨੀ ਹੈ। ਸੋ ਕਿਵੇਂ ਕਰੀਦੀ ਹੈ? ਜਿਹਦੀ ਅਸੀਂ ਕੈਲਕੂਲੇਟ ਕਰਨੀ ਹੈ ਉਹਨੂੰ X ਮੰਨ ਲਓ। ਆਕਸੀਜਨ ਦੀ -2 ਹੁੰਦੀ ਹੈ। ਕਿੰਨੇ ਆਕਸੀਜਨ ਐਟਮ ਹੈ? 4। ਸੋ -2 ਮਲਟੀਪਲਾਈਡ ਬਾय 4। ਪੂਰੇ ਆਇਨ ਦੇ ਉੱਤੇ ਕਿੰਨਾ ਚਾਰਜ ਹੈ? -1। ਸੋ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਿਸੇ ਦੀ ਆਕਸੀਡੇਸ਼ਨ ਸਟੇਟ ਕੱਢਣੀ ਹੈ ਨਾ, ਆਕਸੀਡੇਸ਼ਨ ਸਟੇਟ ਇਜ਼ ਐਕਚੁਅਲੀ ਦੀ ਐਲਜੈਬਰਿਕ ਸਮ of all the oxidation states of atoms and equal to what? Overall charge। ਜਿੰਨਾ ਵੀ ਪੂਰੇ ਮੋਲੀਕਿਊਲ ਦੇ ਉੱਤੇ ਆਇਨ ਦੇ ਉੱਤੇ ਜਿੰਨਾ ਚਾਰਜ ਹੈ ਉਹਦੇ ਬਰਾਬਰ ਹੋਏਗਾ। ਸੋ ਜਿਵੇਂ ਹੁਣ ਮੈਂਗਨੀਜ਼ ਦੀ ਆਪਾਂ ਇੱਥੇ X ਲਿੱਤੀ, ਆਕਸੀਜਨ ਦੀ ਆਪਾਂ ਨੂੰ ਪਤਾ ਹੈ -2 ਹੁੰਦੀ ਹੈ। ਕਿੰਨੀਆਂ ਆਕਸੀਜਨਸ ਹੈ? 4। ਮਲਟੀਪਲਾਈ ਕਰਤਾ ਤੇ ਇਹਨਾਂ ਦਾ ਐਲਜੈਬਰਿਕ ਸਮ that is equal to what? Overall charge, that is -1। so ਇਹਨੂੰ solve ਕਰ ਲਓ। x - 8 is equal to -1, so x comes out to be +7। ਹੁਣ K2Cr2O7 ਦੇ ਕੇਸ ਦੇ ਵਿੱਚ ਜੇ ਆਪਾਂ ਇੱਥੇ ਫਾਈਂਡ ਆਊਟ ਕਰਨਾ ਚਾਹੁੰਦੇ ਹਾਂ ਕ੍ਰੋਮੀਅਮ ਦੀ, ਸੋ ਇਹਨੂੰ ਅਸੀਂ x ਮੰਨ ਲਿਆ। ਕਿੰਨੇ ਕ੍ਰੋਮੀਅਮ ਹੈ? 2। ਸੋ x ਨੂੰ 2 ਦੇ ਨਾਲ ਮਲਟੀਪਲਾਈ। ਐਲਜੈਬਰਿਕ ਸਮ ਕਾਹਦਾ ਐਲਜੈਬਰਿਕ ਸਮ? ਪੋਟੈਸ਼ੀਅਮ ਦੀ ਕਿੰਨੀ ਹੈ? +1। 2 ਦੇ ਨਾਲ ਮਲਟੀਪਲਾਈ। ਆਕਸੀਜਨ ਦੀ -2 7 ਦੇ ਨਾਲ ਮਲਟੀਪਲਾਈ। ਹੁਣ ਪੂਰੇ K2Cr2O7 ਦੇ ਉੱਤੇ ਕੋਈ ਚਾਰਜ ਨਹੀਂ ਹੈ, that means algebraic sum will be equal to 0। ਸੋ ਸੋਲਵ ਕਰਾਂਗੇ। 2 + 2x - 14 is equal to 0, so x comes out to be +6। ਇਸ ਤਰੀਕੇ ਨਾਲ NaCl ਦੇ ਵਿੱਚ ਦੇਖੋ ਸੋਡੀਅਮ ਦੀ ਜੇ ਅਸੀਂ ਕੱਢਣੀ ਹੈ, ਸੋਡੀਅਮ ਦੀ x, ਕਲੋਰੀਨ ਦੀ -1, overall no charge, so x comes out to be +1। ਇਸੇ ਤਰੀਕੇ ਨਾਲ KMnO4 ਦੇ ਵਿੱਚ ਆਪਾਂ ਮੈਂਗਨੀਜ਼ ਦੀ ਕੱਢਣੀ ਹੈ ਤਾਂ ਉਹਨੂੰ ਅਸੀਂ X ਸਪੋਜ਼ ਕਰ ਲਿਆ। ਪੋਟੈਸ਼ੀਅਮ ਦੀ +1 ਤੇ ਆਕਸੀਜਨ ਦੀ -2, ਓਵਰਆਲ ਕੋਈ ਚਾਰਜ ਨਾ ਹੋਣ ਕਰਕੇ ਸਮ ਵਿਲ ਬੀ ਇਕੁਅਲ ਟੂ 0, ਸੋ x comes out to be +7। HNO3 ਦੇ ਵਿੱਚ ਜੇ ਅਸੀਂ ਨਾਈਟ੍ਰੋਜਨ ਦੀ ਕੱਢਣੀ ਹੈ ਤਾਂ ਅਕੋਰਡਿੰਗਲੀ ਸਾਡੇ ਕੋਲੇ +5 ਆਕਸੀਡੇਸ਼ਨ ਸਟੇਟ ਆ ਜਾਂਦੀ ਹੈ ਇੱਥੇ। ਸੋ ਬੇਟਾ ਹੁਣ ਆਪਾਂ ਅੱਜ ਇਹ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ ਕਿ ਰਿਡੌਕਸ ਰਿਐਕਸ਼ਨਸ ਕੀ ਹੁੰਦੀਆਂ। ਸੋ ਰਿਡੌਕਸ ਰਿਐਕਸ਼ਨਸ ਦੇ ਵਿੱਚ ਬੇਟਾ ਇਲੈਕਟ੍ਰੋਨਸ ਦਾ ਆਦਾਨ ਪ੍ਰਦਾਨ ਹੁੰਦਾ ਹੈ। ਸੋ ਇਹਨਾਂ ਦੀਆਂ ਕਿਹੜੀਆਂ ਟਾਈਪਸ ਹੈ? ਇਹਨਾਂ ਦੀਆਂ ਟਾਈਪਸ ਦੇ ਵਿੱਚ ਬੇਟੇ ਆਪਾਂ ਕੰਬੀਨੇਸ਼ਨ ਰਿਐਕਸ਼ਨ, ਡੀਕੰਪੋਜੀਸ਼ਨ ਰਿਐਕਸ਼ਨ, ਡਿਸਪਲੇਸਮੈਂਟ ਰਿਐਕਸ਼ਨ ਤੇ ਨਾਲ ਦੀ ਨਾਲ ਡਿਸਪ੍ਰੋਪੋਰਸ਼ਨੇਸ਼ਨ ਰਿਐਕਸ਼ਨ ਪੜ੍ਹੀ। ਆਕਸੀਡਾਈਜ਼ਿੰਗ ਏਜੰਟ ਕੀ ਹੁੰਦੇ ਆ, ਰਿਡਿਊਸਿੰਗ ਏਜੰਟ ਕੀ ਹੁੰਦੇ ਆ, ਆਕਸੀਡੇਸ਼ਨ ਨੰਬਰ ਕੀ ਹੈ ਤੇ ਕਿਵੇਂ ਇਹਨੂੰ ਕੈਲਕੂਲੇਟ ਕਰਨਾ। ਬੇਟਾ ਆਕਸੀਡੇਸ਼ਨ ਨੰਬਰ ਕੈਲਕੂਲੇਟ ਕਰਨ ਦੀ ਤੁਸੀਂ ਵੱਧ ਤੋਂ ਵੱਧ ਪ੍ਰੈਕਟਿਸ ਕਰੋ ਤਾਂ ਕਿ ਜਿਹੜਾ ਆਪਣਾ ਨੈਕਸਟ ਲੈਕਚਰ ਹੈ ਨਾ ਹਾਊ ਟੂ ਬੈਲੈਂਸ ਰਿਡੌਕਸ ਰਿਐਕਸ਼ਨਸ, ਉਹਦੇ 'ਚ ਤੁਹਾਨੂੰ ਦਿੱਕਤ ਨਾ ਆਏ। ਨੋਟਸ ਤੁਸੀਂ ਬੇਟਾ ਟੈਲੀਗ੍ਰਾਮ ਚੈਨਲ ਤੋਂ ਵੀ ਲੈ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ।